हाँ जी, नैक्सट टॉपिक आ वट इज़ द माइक्रो इकनॉमिक्स। इकनॉमिक्स के स्टार्टिंग के ਆਪਾਂ ਨੂੰ ਇਹ ਦੱਸਿਆ ਗਿਆ ਸੀਗਾ ਕਿ ਜਿਹੜੀ ਇਕਨੋਮਿਕਸ ਆ ਉਹਦੇ ਦੋ ਪਾਰਟਸ ਨੇ, ਇੱਕ ਤਾਂ ਮਾਈਕਰੋ ਇਕਨੋਮਿਕਸ, ਸੈਕਿੰਡ ਪਾਰਟ ਸੀਗਾ ਮੈਕਰੋ ਇਕਨੋਮਿਕਸ। ਹੁਣ ਆਪਾਂ ਮਾਈਕਰੋ ਤੇ ਮੈਕਰੋ ਇਕਨੋਮਿਕਸ ਦੋਨਾਂ ਨੂੰ ਡਿਟੇਲ 'ਚ ਸਟੱਡੀ ਕਰਾਂਗੇ। ਜਿਵੇਂ ਫਸਟ ਪੁਆਇੰਟ ਆਉਂਦਾ ਵਾ ਵਟ ਇਜ਼ ਦ ਮਾਈਕਰੋ ਇਕਨੋਮਿਕਸ। ਮੀਨਿੰਗ ਆਫ ਦ ਮਾਈਕਰੋ ਇਕਨੋਮਿਕਸ, the word micro has been derived from the Greek word micros which means very small part or the millionth part। ਜਿਹੜਾ ਮਾਈਕਰੋ ਵਰਡ ਆ ਉਹ ਗ੍ਰੀਕ ਦੇ ਵਰਡ ਤੋਂ ਮਾਈਕਰੋਸ ਤੋਂ ਬਣਿਆ ਵਾ, ਜਿਹਦਾ ਮਤਲਬ ਆ ਵੈਰੀ ਸਮਾਲ ਯਾਨੀ ਛੋਟਾ ਪਾਰਟ, ਮਿਲੀਨੀਅਥ ਪਾਰਟ ਯਾਨੀ ਬਹੁਤ ਛੋਟਾ ਹਿੱਸਾ। ਹੈਂਸ ਦਾ ਮਾਈਕਰੋ ਇਕਨੋਮਿਕਸ ਦਾ ਸਟੱਡੀ ਆਫ ਦਾ ਸਮਾਲ ਪਾਰਟ ਆਫ ਦਾ ਇਕੋਨਮੀ। ਹੁਣ ਮਾਈਕਰੋ ਇਕਨੋਮਿਕਸ ਦੇ ਵਿੱਚ ਜਦੋਂ ਆਪਾਂ ਸਟੱਡੀ ਕਰਦੇ ਹਾਂ, ਮਾਈਕਰੋ ਇਕਨੋਮਿਕਸ ਆਪਾਂ ਜਿਹੜੀ ਸਟੱਡੀ ਕਰਨੀ ਆ ਉਹ ਇਕੋਨਮੀ ਦੇ ਇੱਕ ਛੋਟੇ ਜਿਹੇ ਹਿੱਸੇ ਦੀ ਸਟੱਡੀ ਕਰਨੀ ਆ, ਜਿਵੇਂ ਕਿ ਇੰਡੀਵਿਜੂਅਲ ਯੂਨਿਟਸ ਔਰ ਸਮਾਲ ਐਗਰੀਗੇਟ ਆਫ ਦਾ ਇੰਡੀਵਿਜੂਅਲ ਯੂਨਿਟਸ। Units of the study under the microeconomics include the individual consumer or a single household, individual producer, units like a firm, individual industry or a single factor of the production। ਹੁਣ ਜਿਹੜੀ ਆਪਾਂ ਮਾਈਕਰੋ ਇਕਨੋਮਿਕਸ ਦੇ ਵਿੱਚ ਸਟੱਡੀ ਕਰਨੀ ਆ ਉਹ ਇੱਕ ਸਿੰਗਲ ਪ੍ਰੋਡਿਊਸਰ ਯਾਨੀ ਇੱਕ ਸਿੰਗਲ ਚੀਜ਼ ਦੀ ਹੀ ਸਟੱਡੀ ਕਰਨੀ ਆ। ਜਿਵੇਂ ਇੰਡੀਵਿਜੂਅਲ ਕੰਜ਼ਿਊਮਰ, ਸਿਰਫ ਅਸੀਂ ਜਿਹੜੇ ਕੰਜ਼ਿਊਮਰ ਨੇ, ਗਾਹਕ ਨੇ, ਗਾਹਕਾਂ ਦੀ ਸਟੱਡੀ ਕਰਨੀ ਆ ਤਾਂ ਉਹਦੇ ਵਿੱਚ ਸਿਰਫ ਇੱਕ ਗਾਹਕ ਦੀ ਸਟੱਡੀ ਕਰਨੀ ਆ। ਅ ਸਿੰਗਲ ਹਾਊਸ ਹੋਲਡ, ਘਰੇਲੂ, ਸਿਰਫ ਇੱਕ ਘਰ ਦੀ ਹੀ ਆਪਾਂ ਸਟੱਡੀ ਕਰਾਂਗੇ। ਇੰਡੀਵਿਜੂਅਲ ਪ੍ਰੋਡਿਊਸਰ ਦੀ ਸਟੱਡੀ ਕਰਾਂਗੇ, ਲਾਈਕ ਇਨਫਰਮ, ਇੰਡੀਵਿਜੂਅਲ ਇੰਡਸਟਰੀ ਔਰ ਅ ਸਿੰਗਲ ਪ੍ਰੋਡਕਟ ਆਫ ਫੈਕਟਰ ਆਫ ਪ੍ਰੋਡਕਸ਼ਨ। ਇਟ ਐਕਸਪਲੇਨ ਹਾਊ ਦ ਇੰਡੀਵਿਜੂਅਲ ਯੂਨਿਟਸ ਮੇਕ ਦੇਅਰ ਇਕਨੋਮਿਕ ਡਿਸੀਜ਼ਨ। ਠੀਕ ਆ, ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਜਦੋਂ ਵੀ ਆਪਾਂ ਮਾਈਕਰੋ ਇਕਨੋਮਿਕਸ ਦੇ ਵਿੱਚ ਸਟੱਡੀ ਕਰਨੀ ਆ ਤਾਂ ਮਾਈਕਰੋ ਇਕਨੋਮਿਕਸ ਦੇ ਵਿੱਚ ਅਸੀਂ ਜਿਹੜੀ ਵੀ ਸਟੱਡੀ ਕਰਨੀ ਆ ਉਹ ਸਟੱਡੀ ਸਿਰਫ ਅਸੀਂ ਇੱਕ ਇੰਡੀਵਿਜੂਅਲ ਯੂਨਿਟਸ ਦੀ ਕਰਨੀ ਆ, ਯਾਨੀ ਇੱਕ ਸਿੰਗਲ ਪਾਰਟ ਦੀ ਹੀ ਲੈ ਕੇ ਸਟੱਡੀ ਕਰਾਂਗੇ। From above definition, it become clear that the microeconomics is the study of the individual units, the price of the one commodity or one factor of production is determined in it। ਹੁਣ ਜਦੋਂ ਅਸੀਂ ਮਾਈਕਰੋ ਇਕਨੋਮਿਕਸ ਦੇ ਵਿੱਚ ਸਟੱਡੀ ਕਰਦੇ ਹਾਂ ਤਾਂ ਮਾਈਕਰੋ ਇਕਨੋਮਿਕਸ ਦੇ ਵਿੱਚ ਅਸੀਂ ਇੱਕ ਇੰਡੀਵਿਜੂਅਲ ਯੂਨਿਟ ਦੀ ਸਟੱਡੀ ਕਰਦੇ ਹਾਂ ਤਾਂ ਉਹਦੇ ਵਿੱਚ ਜਦੋਂ ਵੀ ਅਸੀਂ ਇੱਕ ਕੋਮੋਡਿਟੀ ਦਾ ਪ੍ਰਾਈਸ ਫਿਕਸ ਕਰਦੇ ਹਾਂ, the price of the one commodity or one factor of production is determined in it, that is way it is also known as a price theory। ਇਸ ਲਈ ਜਿਹੜੀ ਆਪਾਂ ਮਾਈਕਰੋ ਇਕਨੋਮਿਕਸ ਆ ਉਹਨੂੰ ਅਸੀਂ ਪ੍ਰਾਈਸ ਥਿਊਰੀ ਵੀ ਕਹਿੰਦੇ ਆ। ਪ੍ਰਾਈਸ ਥਿਊਰੀ ਤਾਂ ਕਹਿੰਦੇ ਆ ਕਿਉਂਕਿ ਇਹਦੇ ਵਿੱਚ ਅਸੀਂ ਇੱਕ ਇੰਡੀਵਿਜੂਅਲ ਯੂਨਿਟਸ ਨੂੰ ਡਿਫਾਈਨ ਕਰਨਾ ਵਾ ਤਾਂ ਅਸੀਂ ਇੱਕ ਇੰਡੀਵਿਜੂਅਲ ਕੋਮੋਡਿਟੀ ਦੀ ਹੀ ਪ੍ਰਾਈਸ ਨੂੰ ਫਿਕਸ ਕਰਦੇ ਆ। ਹੈਂਸ ਇਨ ਅ ਸਿੰਪਲ ਵਰਡ ਦ ਮਾਈਕਰੋ ਇਕਨੋਮਿਕਸ ਕੈਨ ਬੀ ਡਿਫਾਈਨ ਐਜ਼ ਅ ਫੋਲੋ। ਠੀਕ ਆ, ਮਾਈਕਰੋ ਇਕਨੋਮਿਕਸ ਦਾ ਡੈਫੀਨੇਸ਼ਨ ਦਿੱਤੀ ਹੋਈ ਹੈ, ਦੇਖੋ। ਮਾਈਕਰੋ ਇਕਨੋਮਿਕਸ ਡੀਲ ਵਿਦ ਦ ਇਕਨੋਮਿਕਸ ਐਕਟੀਵਿਟੀ ਆਫ ਦ ਇੰਡੀਵਿਜੂਅਲ ਯੂਨਿਟਸ। ਮਾਈਕਰੋ ਇਕਨੋਮਿਕਸ ਡੀਲ ਕਰਦਾ ਵਾ ਇੱਕ ਇੰਡੀਵਿਜੂਅਲ ਪਰਸਨ ਦੀਆਂ ਸਾਰੀਆਂ ਐਕਟੀਵਿਟੀਜ਼ ਦੇ ਵਿੱਚ। ਇਟ ਸਟੱਡੀ ਦਾ ਇਕੁਇਲੀਬਰੀਅਮ ਆਫ ਵਨ ਕੰਜ਼ਿਊਮਰ, ਵਨ ਪ੍ਰੋਡਿਊਸਰ ਔਰ ਦਾ ਵਨ ਫਰਮ। ਨੈਕਸਟ ਆਉਂਦਾ ਵਾ ਵਟ ਇਜ਼ ਦਾ ਮੈਕਰੋ ਇਕਨੋਮਿਕਸ। ਹੁਣ ਮੈਕਰੋ ਇਕਨੋਮਿਕਸ ਜਿਹੜੀ ਆ ਮਾਈਕਰੋ ਦੇ ਆਪੋਜ਼ਿਟ ਚੱਲੂਗੀ। ਵਟ ਇਜ਼ ਦਾ ਮੈਕਰੋ ਇਕਨੋਮਿਕਸ। ਦ ਵਰਡ ਮੈਕਰੋ ਹੈਜ਼ ਬੀਨ derived from the Greek word macros which means the large। यानी मैक्रो ਜਿਹੜਾ ਗ੍ਰੀਕ ਦਾ ਵਰਡ ਮੈਕਰੋਸ ਤੋਂ ਬਣਿਆ ਵਾ ਜਿਹਦਾ ਮਤਲਬ ਆ ਲਾਰਜ। ਹੈਂਸ ਦਾ ਮੈਕਰੋ ਇਕਨੋਮਿਕਸ ਸਟੱਡੀ ਇਕਨੋਮਿਕਸ ਯੂਨਿਟਸ ਫॉर द ਐਗਰੀਗੇਟਿਵ ਐਸਪੈਕਟ। ਹੁਣ ਜਦੋਂ ਅਸੀਂ ਮੈਕਰੋ ਇਕਨੋਮਿਕਸ ਦੇ ਵਿੱਚ ਸਟੱਡੀ ਕਰਨੀ ਆ ਤਾਂ ਮੈਕਰੋ ਇਕਨੋਮਿਕਸ ਦੇ ਵਿੱਚ ਜਿਹੜੀ ਅਸੀਂ ਸਟੱਡੀ ਕਰਨੀ ਉਹ ਐਗਰੀਗੇਟਿਵ ਐਸਪੈਕਟ ਦੀ ਕਰਨੀ ਹੈ। ਐਗਰੀਗੇਟਿਵ ਐਸਪੈਕਟ ਦਾ ਮਤਲਬ ਆ ਗਰੁੱਪ ਦੀ ਸਟੱਡੀ ਕਰਨੀ ਆ। ਐਗਰੀਗੇਟਿਵ ਜਨਰਲੀ ਰਿਲੇਟ ਟੂ ਦ ਇਕੋਨਮੀ ਐਜ਼ ਅ ਹੋਲ। ਐਗਰੀਗੇਟ ਆ ਜਿਹੜਾ ਉਹ ਸਾਰੀ ਦੀ ਸਾਰੀ ਇਕੋਨਮੀ ਨਾਲ ਰਿਲੇਟ ਕਰਦਾ ਵਾ। ਦੇਅਰਫੋਰ ਦ ਮੈਕਰੋ ਇਕਨੋਮਿਕਸ ਇਜ਼ ਦ ਸਟੱਡੀ ਆਫ ਦ ਇਕੋਨਮੀ ਐਜ਼ ਅ ਹੋਲ। ਹੁਣ ਅਸੀਂ ਮੈਕਰੋ ਇਕਨੋਮਿਕਸ ਦੇ ਵਿੱਚ ਜਿਹੜੀ ਸਟੱਡੀ ਕਰਾਂਗੇ ਉਹ ਹੋਲ ਇਕੋਨਮੀ ਦੀ ਸਟੱਡੀ ਕਰਾਂਗੇ, ਯਾਨੀ ਇੱਕ ਸਿੰਗਲ ਚੀਜ਼ ਦੀ ਸਟੱਡੀ ਨਹੀਂ ਕਰਾਂਗੇ, ਹੋਲ ਇਕੋਨਮੀ ਦੀ ਅਸੀਂ ਸਟੱਡੀ ਕਰਨਾ ਵਾ। ਇਨ ਇਟ ਦ ਵੇਰੀਅਸ ਐਗਰੀਗੇਟ, ਐਵਰੇਜ, ਇਕਨੋਮਿਕ ਪ੍ਰੋਬਲਮ ਐਕਸੈਟਰਾ ਵਿਚ ਆਰ ਰਿਲੇਟਡ ਟੂ ਦ ਇਕੋਨਮੀ ਐਜ਼ ਅ ਹੋਲ ਆਰ ਸਟੱਡੀ। ਠੀਕ ਆ, ਜਿਵੇਂ ਇਕਨੋਮਿਕ ਪ੍ਰੋਬਲਮ ਦੇਖਾਂਗੇ ਆਪਾਂ, ਐਵਰੇਜ ਕੈਲਕੂਲੇਟ ਕਰਾਂਗੇ, ਐਗਰੀਗੇਟ ਦੀ ਕੈਲਕੂਲੇਟ ਕਰਾਂਗੇ। ਇਹ ਜਿਹੜੀ ਰਿਲੇਟ ਕਰਦੀ ਹੈ ਇਹ ਹੋਲ ਇਕੋਨਮੀ ਨੂੰ ਸਟੱਡੀ ਕਰਾਂਗੇ ਅਸੀਂ। ਇਹ ਸਾਰੀਆਂ ਚੀਜ਼ਾਂ ਇੱਕ ਸਿੰਗਲ ਪਰਸਨ ਦੀਆਂ ਨਹੀਂ ਦੇਖਾਂਗੇ। ਫੋਰ ਐਗਜ਼ਾਮਪਲ ਜਿਵੇਂ ਨੈਸ਼ਨਲ ਇਨਕਮ, ਐਗਰੀਗੇਟ ਡਿਮਾਂਡ, ਐਗਰੀਗੇਟ ਸਪਲਾਈ, ਪ੍ਰੋਬਲਮ ਆਫ ਅਨਇੰਪਲੋਇਮੈਂਟ, ਇਨਫਲੇਸ਼ਨ ਐਕਸੈਟਰਾ ਆਰ ਦਾ ਇਕਨੋਮਿਕ ਵੇਰੀਏਬਲ ਵਿਚ ਆਰ ਰਿਲੇਟਡ ਟੂ ਦ ਇਕੋਨਮੀ
ਐਜ਼ ਅ ਹੋਲ। ठीक है, जिवें एग्जाम्पल दित्तियां ने, जिवें नैशनल इनकम जदों कैलकुलेट करते हैं तो उस नैशनल इनकम दी विच जिहड़ी असीं इनकम कैलकुलेट करते हैं ਉਹਦੇ ਵਿੱਚ ਇਨਕਮ ਇੱਕ ਸਿੰਗਲ ਬੰਦੇ ਦੀ ਨਹੀਂ ਹੁੰਦੀ, ਇੱਕ ਸਿੰਗਲ ਪਰਸਨ ਦੀ ਨਹੀਂ ਹੁੰਦੀ, ਹਰ ਇੱਕ ਇਕੋਨਮੀ ਦੇ ਹੋਲ ਯਾਨੀ ਹੋਲ ਇਕੋਨਮੀ ਦੇ ਪਰਸਨ ਦੀ ਜਿਹੜੀ ਆ ਇਨਕਮ ਉਹਦੇ ਵਿੱਚ ਕੈਲਕੂਲੇਟ ਕੀਤੀ ਜਾਂਦੀ ਆ। ਸੇਮ ਜਿਵੇਂ ਪ੍ਰੋਬਲਮ ਅਨਇੰਪਲੋਇਮੈਂਟ ਆ ਗਈ, ਬੇਰੁਜ਼ਗਾਰੀ ਹੋ ਗਈ। ਹੁਣ ਜਦੋਂ ਅਸੀਂ ਬੇਰੁਜ਼ਗਾਰੀ ਦੀ ਕੈਲਕੂਲੇਸ਼ਨ ਕਰਨੀ ਆ, ਬੇਰੁਜ਼ਗਾਰੀ ਕਿਉਂ ਵੱਧ ਰਹੀ ਆ, ਉਹਦੀ ਪ੍ਰੋਬਲਮ ਨੂੰ ਕੈਲਕੂਲੇਟ ਕਰਨਾ, ਤਾਂ ਅਸੀਂ ਇੱਕ ਸਿੰਗਲ ਬੰਦਾ ਨਹੀਂ ਦੇਖਾਂਗੇ ਵੀ ਇੱਕ ਸਿੰਗਲ ਬੰਦਾ ਕਿਉਂ ਬੇਰੁਜ਼ਗਾਰ ਆ। ਇਹ ਦੇਖਾਂਗੇ ਸਾਡੀ ਕੰਟਰੀ ਦੇ ਵਿੱਚ ਅਨਇੰਪਲੋਇਮੈਂਟ ਵੱਧ ਰਹੀ ਆ, ਬੇਰੁਜ਼ਗਾਰੀ ਵੱਧ ਰਹੀ ਆ, ਉਸ ਬੇਰੁਜ਼ਗਾਰੀ ਵਧਣ ਦਾ ਕਾਰਨ ਕੀ ਆ ਉਹਨੂੰ ਅਸੀਂ ਕੈਲਕੂਲੇਟ ਕਰਾਂਗੇ। ਇਨਫਲੇਸ਼ਨ ਸੈਕਟਰ ਆਰ ਦ ਇਕਨੋਮਿਕ ਵੇਰੀਏਬਲ ਵਿਚ ਆਰ ਰਿਲੇਟਡ ਟੂ ਐਜ਼ ਦ economy as a whole and therefore these are of the study in the macroeconomic. That is way macroeconomics is also known as aggregative economics. इसलिए macroeconomics ਨੂੰ ਅਸੀਂ aggregative economics भी कह सकते हैं। ਹੁਣ ਜਿਵੇਂ ਮਾਈਕਰੋ ਇਕਨੋਮਿਕਸ ਨੂੰ ਅਸੀਂ ਪ੍ਰਾਈਸ ਥਿਊਰੀ ਕਹਿੰਦੇ ਆ, ਤੇ ਜਿਹੜੀ ਮੈਕਰੋ ਇਕਨੋਮਿਕਸ ਆ ਉਹਨੂੰ ਅਸੀਂ ਐਗਰੀਗੇਟਿਵ ਇਕਨੋਮਿਕਸ ਵੀ ਕਹਿੰਦੇ ਆ। ਨੈਕਸਟ ਆਉਂਦਾ ਵਾ ਮਾਈਕਰੋ ਤੇ ਮੈਕਰੋ ਇਕਨੋਮਿਕਸ ਦਾ डिफरेंस। ਹੁਣ ਦੋਨੇ ਚੀਜ਼ਾਂ ਆਪਾਂ ਸਟੱਡੀ ਕਰਨੀਆਂ, ਉਹਦੇ ਰਿਗਾਰਡਿੰਗ ਆਪਾਂ ਹੁਣ ਇਹਨਾਂ ਦਾ ਡਿਫਰੈਂਸ ਨੂੰ ਸਟੱਡੀ ਕਰਾਂਗੇ। ਜਿਵੇਂ ਫਸਟ ਪੁਆਇੰਟ ਆਉਂਦਾ ਵਾ डिफरेंस रिगार्डिंग द सब्जेक्ट मैटर। द माइक्रो इकनॉमिक्स डील विद द इकनॉमिक एक्टिविटी एंड द इकनॉमिक प्रॉब्लम ऑफ इंडिविजुअल इकनॉमिक यूनिट्स। ਹੁਣ ਆਪਾਂ ਸਟਾਰਟਿੰਗ ਦੇ ਵਿੱਚ ਇਹੀ ਪੜ੍ਹਿਆ ਵਾ ਕਿ ਜਿਹੜੀ ਮਾਈਕਰੋ ਇਕਨੋਮਿਕਸ ਆ ਇਹ ਡੀਲ ਕਰਦੀ ਹੈ ਸਿਰਫ ਇੱਕ ਇੰਡੀਵਿਜੂਅਲ ਯੂਨਿਟਸ ਦੀ। ठीक है, इसलिए आप डील करांगे एक इकनॉमिक एक्टिविटी एंड द इकनॉमिक प्रॉब्लम ऑफ इंडिविजुअल इकनॉमिक लाइक जिमें सिंगल कंज्यूमर, सिंगल प्रोड्यूसर, सिंगल हाउस होल्ड ते सिंगल ही फर्म की जो भी इन्हां दियां प्रॉब्लम्स होणगियां, जिहड़ियां भी एक्टिविटी होणगियां, ये सारियां असीं एक सिंगल परसन दी कैलकुलेट करांगे। नैक्सट है जिमें मैक्रो इकनॉमिक्स डील द एग्रीगेट लाइक एग्रीगेट डिमांड, एग्रीगेट सप्लाई, नैशनल इनकम एक्सेट्रा विच आर रिलेटेड टू द होल ऑफ द इकॉनमी। ठीक है, मैक्रो इकनॉमिक्स के विच जिहड़ी असीं चीज़ की स्टडी करनी है वो असीं होल इकॉनमी की स्टडी करनी है, जिवें एग्रीगेट डिमांड होगी, एग्रीगेट सप्लाई होगी तो नैशनल इनकम होगी। नैक्सट डिफरेंस आ रहा वा डिफरेंस रिगार्डिंग इंपॉर्टेंट वेरिएबल्स के रिगार्डिंग आप इन्हां नूं डिफाइन करना वा। माइक्रो इकनॉमिक्स डील विद द डिटर्मीनेशन ऑफ द प्राइस ऑफ कॉमोडिटी एंड द फैक्टर ऑफ द प्रोडक्शन। ਹੁਣ ਮਾਈਕਰੋ ਇਕਨੋਮਿਕਸ ਆ ਡੀਲ ਕਰਦਾ ਵਾ ਪ੍ਰਾਈਸ ਨੂੰ ਫਿਕਸ ਕਰਨ ਦੇ ਲਈ ਤੇ ਪ੍ਰੋਡਕਸ਼ਨ ਦੇ ਫੈਕਟਰ ਨੂੰ ਵੀ ਕਿਸ ਤਰੀਕੇ ਨਾਲ ਅਸੀਂ ਪ੍ਰੋਡਕਸ਼ਨ ਨੂੰ ਚੀਜ਼ ਨੂੰ ਪ੍ਰੋਡਿਊਸ ਕਰਨਾ ਵਾ। देयरफॉर द मोस्ट इंपॉर्टेंट वेरिएबल इन द माइक्रो इकनॉमिक्स इज प्राइस। इसलिए माइक्रो इकनॉमिक्स का जिहड़ा महत्वपूर्ण फैक्ट वा तत्व वा वो वा साडे कोल प्राइस। दैट इज़ वे माइक्रो इकनॉमिक्स इज आल्सो नोन एज प्राइस थ्योरी। इसलिए माइक्रो इकनॉमिक्स नूं असीं प्राइस थ्योरी भी कह सकते हैं। नैक्सट आ द मैक्रो इकनॉमिक्स डील विद द डिटर्मीनेशन ऑफ द लैवल ऑफ इंप्लॉयमेंट। जिहड़ी मैक्रो इकनॉमिक्स आ उहदे विच आपां डील करते हैं लैवल ऑफ इंप्लॉयमेंट की, यानी रोजगार की असीं डील करते हैं। देयरफॉर द मोस्ट इंपॉर्टेंट वेरिएबल इन द मैक्रो इकनॉमिक्स द लैवल ऑफ इंप्लॉयमेंट। इसलिए मैक्रो इकनॉमिक्स दे विच जिहड़ा इंपॉर्टेंट वेरिएबल आ वो वेरिएबल आंदा साडे कोल इंप्लॉयमेंट दा। दैट इज़ वे द मैक्रो इकनॉमिक्स इज आल्सो नोन एज अ थ्योरी ऑफ इंप्लॉयमेंट एंड द इनकम। इसलिए जी मैक्रो इकनॉमिक्स आ उन्होंने असी थ्योरी ऑफ इंप्लॉयमेंट ते इनकम की थ्योरी भी कह सकते हैं। नैक्सट थर्ड पॉइंट आंदा वा डिफरेंस रिगार्डिंग ऑब्जेक्टिव। हुण असी ऑब्जेक्टिव के रिगार्डिंग इन्हों डिफाइन करना वा। The main object of the microeconomics is the study of the problem of individual economics units and provide a solution of the those problem। ਹੁਣ ਮਾਈਕਰੋ ਇਕਨੋਮਿਕਸ ਦਾ ਮੇਨ ਆਬਜੈਕਟ ਕੀ ਆ, ਅਸੀਂ ਸਟੱਡੀ ਕਰਨੀ ਆ ਜਾਂ ਅਸੀਂ ਪ੍ਰੋਬਲਮ ਦੇਖਣੀ ਆ, ਸਿਰਫ ਇੱਕ ਇੰਡੀਵਿਜੂਅਲ ਇਕਨੋਮਿਕਸ ਦੀਆਂ ਪ੍ਰੋਬਲਮ ਦੇਖਣੀ ਆ ਤੇ ਉਹਨੂੰ ਹੀ ਅਸੀਂ ਸੋਲੂਸ਼ਨ ਪ੍ਰੋਵਾਈਡ ਕਰਨਾ ਵਾ। ਤੇ ਮਾਈਕਰੋ ਇਕਨੋਮਿਕਸ ਦੇ ਵਿੱਚ ਕੀ ਆ, ਦਾ ਮੇਨ ਆਬਜੈਕਟ of the macro economics is the study of the problem of the whole। ਅਸੀਂ ਇਹਦੇ ਵਿੱਚ ਅਸੀਂ ਜਿਹੜੀ ਸਟੱਡੀ ਕਰਨੀ ਆ ਉਹ ਹੋਲ ਇਕੋਨਮੀ ਦੀ ਯੂਨਿਟਸ ਦੀ ਪ੍ਰੋਬਲਮ ਦੀ ਸਟੱਡੀ ਕਰਨੀ ਆ ਤੇ ਜਿਹੜੇ ਵੀ ਅਸੀਂ ਸੋਲੂਸ਼ਨ ਪ੍ਰੋਵਾਈਡ ਕਰਨਾ ਉਹ ਅਸੀਂ ਹੋਲ ਇਕੋਨਮੀ ਨੂੰ ਹੀ ਸੋਲੂਸ਼ਨ ਪ੍ਰੋਵਾਈਡ ਕਰਨਾ। ਨੈਕਸਟ ਆਉਂਦਾ ਵਾ ਪੈਰਾਡੈਕਸ ਬਿਟਵੀਨ ਦ ਮਾਈਕਰੋ ਇਕਨੋਮਿਕਸ ਐਂਡ ਦ ਮੈਕਰੋ ਇਕਨੋਮਿਕਸ। ਪੈਰਾਡੈਕਸ ਦਾ ਮਤਲਬ ਹੁੰਦਾ ਵਾ ਸਿਚੁਏਸ਼ਨ। ਦੋਸ ਫੈਕਟ ਵਿਚ ਆਰ ਦ
true from of the viewpoint of the microeconomics may not necessary to be true viewpoint from the viewpoint of the macroeconomics। ठीक है, ਇਹ ਜ਼ਰੂਰੀ ਨਹੀਂ ਹੈਗਾ ਕਿ ਜਿਹੜੇ ਤੱਤ ਅਸੀਂ ਮਾਈਕਰੋ ਇਕਨੋਮਿਕਸ ਦੇ ਵਿੱਚ ਇੱਕ ਇੰਡੀਵਿਜੂਅਲ ਪਰਸਨ ਦੇ ਲਈ ਯੂਜ਼ ਕਰ ਰਹੇ ਹਾਂ ਉਹੀ ਸਾਰੇ ਤੱਤ ਅਸੀਂ ਮੈਕਰੋ ਇਕਨੋਮਿਕਸ ਵਿੱਚ ਯੂਜ਼ ਕਰ ਸਕੀਏ। ਫॉर एग्जांपल सेविंग इज़ हाईली इंपॉर्टेंट फॉर एन इंडिविजुअल। बचत करना हर एक पर्सन के लिए जरूरी है, बट इट हैज़ अ सीरियस इंप्लीमेशन फॉर द इकॉनमी एज अ होल। बट अगर सारी दुनिया बचत करनी शुरू कर दूगी तो की होगा, ये साडे वास्ते सीरियस हो सकता वा। ठीक है, यानी कंडीशन साडी कंट्री दे लई बैड इफेक्ट कर सकती है। एक बंदा बचत करता वा तो कोई ना, अगर सारे बंदे बचत करनी शुरू कर देंगे तो कंट्री दे विच ना तो गुड्स प्रोड्यूस होणगियां, ना तो गुड्स बाय होणगियां, ना तो गुड्स नूं सेल किया जाऊगा, कुछ भी नहीं किया जाऊगा। सिर्फ एक बंदा की है अपनी जिहड़ी सेविंग्स उन्होंने बचा के रखूगा। दोज फैक्ट which are important from the viewpoint of the macroeconomics may not necessarily be equal desirable for the viewpoint of an individual। ਇਹਦੇ ਵਿੱਚ ਇਹ ਦੱਸਿਆ ਵਾ ਕਿ ਜਿਹੜੇ ਮੈਕਰੋ ਇਕਨੋਮਿਕਸ ਵਾਸਤੇ ਜਿਹੜੇ ਅਸੀਂ ਫੈਕਟਸ ਨੂੰ ਯੂਜ਼ ਕਰਦੇ ਹਾਂ ਜ਼ਰੂਰੀ ਨਹੀਂ ਹੈਗਾ ਕਿ ਉਹੀ ਸਾਰੇ ਵਿਊ ਪੁਆਇੰਟਸ ਅਸੀਂ ਇੱਕ ਇੰਡੀਵਿਜੂਅਲ ਪਰਸਨ ਦੇ ਲਈ ਯੂਜ਼ ਕਰੀਏ। ਫੋਰ ਐਗਜ਼ਾਮਪਲ ਇਹ 'ਚ ਐਗਜ਼ਾਮਪਲ ਲਈ ਹੈ ਟੈਕਸ ਦੀ। ਟੈਕਸ ਆਰ ਹਾਈਲੀ ਯੂਜ਼ਫੁਲ ਫॉर द होल ऑफ द इकॉनमी बट इट इज़ ऑलवेज इनकनवीनियंट फॉर द इंडिविजुअल टू पे टैक्स। ਅਸੀਂ टैक्स पे करते हैं, होल इकॉनमी टैक्स पे करती है, वो तो ठीक है क्योंकि टैक्स देना साडे लिए कंपलसरी है, साडी रिस्पॉन्सिबिलिटी बनती है। बट ਜ਼ਰੂਰੀ नहीं हैगा कि अगर इनकम साडी है, जो इनकम लैवल के हिसाब नाल असीं अपना टैक्स पे करते हैं, जे साडी इनकम आ गौरमेंट के जिन्ने ते दसिया भी तुसीं इन्नी इनकम होनी चाहिए, तुसीं टैक्स पे करना वा, अगर साडी एनुअल इनकम उन्हां दी इनकम तो घट होगी तो असीं टैक्स नहीं पे करांगे। नेक्स्ट डिफरेंस रिगार्डिंग द मैथड ऑफ द स्टडी। In the microeconomics journey, the partial equilibrium analysis method of the study is used. It means that under any specific problem, only important factors are included in the study and the effect of the other factor is assumed to be constant। ਹੁਣ microeconomics ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੀ ਮਾਈਕਰੋ ਇਕਨੋਮਿਕਸ ਆ ਉਹਦੇ ਵਿੱਚ ਕੀ ਆ ਕਿ ਜੋ ਚੀਜ਼ ਦੀ ਅਸੀਂ ਮੈਥਡ ਦੀ ਸਟੱਡੀ ਕਰਦੇ ਹਾਂ, ਜਦੋਂ ਐਨਾਲਾਈਜ਼ ਕਰਦੇ ਹਾਂ ਤਾਂ ਉਹਦੇ ਵਿੱਚ ਜਿੰਨੇ ਵੀ ਸਾਡੇ ਫੈਕਟਰਸ ਹੁੰਦੇ ਨੇ ਪ੍ਰੋਬਲਮਸ ਨੂੰ ਯੂਜ਼ ਕਰਨ ਦੇ ਲਈ, प्रॉब्लम ਨੂੰ सॉल्व ਕਰਨ ਲਈ ਜਿਹੜੇ ਫੈਕਟਰਸ ਹੁੰਦੇ ਆ ਤਾਂ ਉਹਨਾਂ ਵਿੱਚ ਅਸੀਂ ਸਿਰਫ ਇੱਕ ਫੈਕਟਰ ਨੂੰ ਹੀ ਲੈ ਕੇ ਪ੍ਰੋਬਲਮ ਨੂੰ ਸੋਲਵ ਕਰਦੇ ਤੇ ਬਾਕੀ ਜਿਹੜੇ ਫੈਕਟਰਸ ਨੇ ਉਹਨਾਂ ਨੂੰ ਅਸੀਂ ਕਨਸਟੈਂਟ ਰੱਖ ਦਿੰਦੇ ਆ, ਸਥਿਰ ਰੱਖ ਲੈਂਦੇ ਆ, ਉਹਨਾਂ ਨੂੰ ਅਸੀਂ ਯੂਜ਼ ਨਹੀਂ ਕਰਦੇ। बट इन द मैक्रो इकनॉमिक्स द मेन जर्नी इक्विलिब्रियम एनालिसिस मेथड ऑफ द स्टडी इज यूज्ड अंडर द वेरियस इकनॉमिक प्रॉब्लम्स एंड एनालाइज्ड वाइल कीपिंग द इंटरडिपेंडेंसी ऑफ द वेरियस एग्रीगेट इन द माइंड। बट मैक्रो इकनॉमिक्स दे विच असीं की आ ये नहीं कर सकते भी असीं प्रॉब्लम्स नूं सॉल्व करन लई एक ही फैक्टर यूज़ करिए, क्योंकि असीं होल इकॉनमी की प्रॉब्लम सॉल्व करनी है तो साडे कोल जिन्ने भी फैक्टर्स होणगे सानूं सारे दे सारे फैक्टर्स यूज़ करने पैंदे ने। एंड लास्ट इज द डिफरेंस रिगार्डिंग द चेंजिस। माइक्रो इकनॉमिक्स डील विद द स्टडी ऑफ द इंडिविजुअल यूनिट्स। ये तो असीं स्टार्टिंग तो ही पढ़ते आ रहे हैं कि जिहड़ी माइक्रो इकनॉमिक्स आ वो डील करती है एक इंडिविजुअल यूनिट्स की, हैंस देयर इज़ पॉसिबिलिटी ऑफ द क्विक चेंज इन इट। तो असी पॉसिबिलिटी है कि अगर असी कुछ भी चेंजिस करनी हो तो ईजली चेंज कर सकते हैं। बट जी मैक्रो इकनॉमिक्स आ डील विद द स्टडी ऑफ द एग्रीगेट्स। जी मैक्रो इकनॉमिक्स डील करती है एग्रीगेट दे विच यानी ग्रुप दे विच डील करती है, हैंस द पॉसिबिलिटी ऑफ द क्विक चेंज इज़ नॉट देयर। ठीक है, तो वो कोई पॉसिबिलिटी नहीं हैगी कि असी जल्दी तो जल्दी किसी भी चीज़ दे विच चेंजिस कर सकीए।